संसद मैंबर राघव चड्ढा ने राज सभा ਦੇ ਵਿੱਚ ਸਸਪੈਂਸ਼ਨ ਨੋਟਿਸ ਦਿੱਤਾ ਹੈ। ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਕੰਮ ਰੋਕੂ ਮਤਾ ਦਿੱਤਾ ਗਿਆ ਹੈ। ਕੋਰੋਨਾ ਦੇ ਵਾਧੇ ਖਤਰੇ ਤੇ ਚਰਚਾ ਦੀ ਮੰਗ ਕੀਤੀ ਗਈ ਹੈ। ਚੀਨ ਤੋਂ ਆਉਣ ਵਾਲੀਆਂ ਫਲਾਈਟਸ ਬੰਦ ਕਰਨ ਦੀ ਵੀ ਮੰਗ ਕੀਤੀ ਗਈ ਹੈ। ਚੀਨ ਦੇ ਵਿੱਚ ਕੋਰੋਨਾ ਦੇ ਨਾਲ ਹਾਲਾਤ ਜਿਹੜੇ ਨੇ ਖਰਾਬ ਹੋ ਚੁੱਕੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਉੱਥੋਂ ਜੇਕਰ ਫਲਾਈਟਸ ਆਉਣਗੀਆਂ ਉੱਥੋਂ ਦੇ ਲੋਕ ਭਾਰਤ ਆਉਣਗੇ ਤਾਂ ਸੁਭਾਵਿਕ ਤੌਰ ਤੇ ਖਤਰਾ ਜ਼ਿਆਦਾ ਵਧੇਗਾ ਔਰ ਇਹ ਨਵਾਂ ਵੇਰੀਐਂਟ ਜੋ ਜ਼ਿਆਦਾ ਖਤਰਨਾਕ ਹੈ ਤਾਂ ਇਸ ਨੂੰ ਲੈ ਕੇ ਹੁਣ ਫਲਾਈਟਸ ਜਿਹੜੀਆਂ ਨੇ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਤਾਂ ਇਹ ਮਤਾ ਜਿਹੜਾ ਉਹ ਪਾਇਆ ਗਿਆ ਹੈ। ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਕੰਮ ਰੋਕੂ ਮਤਾ ਪਾਇਆ ਗਿਆ ਹੈ ਤਾਂ ਸੰਸਦ ਮੈਂਬਰ ਨੇ ਰਾਘਵ ਚੱਡਾ ਜਿਨ੍ਹਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਤਾਂ ਗ੍ਰਾਫਿਕ ਦੇ ਜ਼ਰੀਏ ਵੇਖਦੇ ਹਾਂ ਦੇਸ਼ ਦੇ ਵਿੱਚ ਫਿਰ ਇਹ ਖਤਰਾ ਜਿਹੜਾ ਮੰਡਰਾਉਣ ਲੱਗਿਆ BF7 ਵੇਰੀਐਂਟ ਅਤੇ ਓਮਿਕਰੋਨ ਦੇ 4 ਮਰੀਜ਼ ਮਿਲੇ ਨੇ। ਗੁਜਰਾਤ ਦੇ ਵਡੋਦਰਾ ਦੀ NRI ਮਹਿਲਾ ਦੇ ਵਿੱਚ ਲੱਛਣ ਮਿਲੇ ਸਨ। ਸਤੰਬਰ ਦੇ ਵਿੱਚ ਵੇਰੀਐਂਟ ਮਿਲਿਆ ਸੀ, ਠੀਕ ਹੋ ਗਈ ਹੈ ਉਹ ਮਹਿਲਾ। ਸੰਪਰਕ ਦੇ ਵਿੱਚ ਆਏ 2 ਲੋਕਾਂ ਦੀ ਵੀ ਜਾਂਚ ਕੀਤੀ ਗਈ ਹੈ। ਦੋਵੇਂ ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਅਹਮਦਾਬਾਦ ਅਤੇ ਓਡੀਸ਼ਾ ਦੇ ਵਿੱਚ ਵੀ BF7 ਦੇ 2 ਕੇਸ ਮਿਲੇ ਨੇ ਤਾਂ ਇਹ ਸਥਿਤੀਆਂ ਜਿਹੜੀਆਂ ਨੇ ਇਸ ਵੇਲੇ ਦੇਸ਼ ਦੀਆਂ ਮੌਜੂਦ ਨੇ। ਚੀਨ 'ਚ ਦੱਸ ਦਈਏ ਕਿ ਕੋਰੋਨਾ ਦੇ ਨਾਲ ਕਾਫੀ ਜ਼ਿਆਦਾ ਹਾਲਾਤ ਖਰਾਬ ਹੋਏ ਨੇ। ਜੇਕਰ ਚੀਨ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਹਸਪਤਾਲ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੀਆਂ। ਚੀਨ ਦੇ ਹਸਪਤਾਲਾਂ ਦੇ ਵਿੱਚ ਬਿਮਾਰਾਂ ਦੇ ਲਈ ਬਿਸਤਰੇ ਨਹੀਂ ਹਨ। ਇੱਕ ਬੈੱਡ ਤੇ 2 ਜਾਂ 2 ਤੋਂ ਵੱਧ ਮਰੀਜ਼ ਸਾਨੂੰ ਨਜ਼ਰ ਆ ਰਹੇ ਨੇ। ਤਸਵੀਰਾਂ ਵੀ ਅਸੀਂ ਨਾਲੋਂ ਨਾਲ ਦਿਖਾ ਰਹੇ ਹਾਂ ਉਹ ਗ੍ਰਾਫਿਕ ਦੀ। ਦਵਾਈਆਂ ਦੀ ਦੁਕਾਨਾਂ ਤੇ ਲੰਬੀਆਂ ਕਤਾਰਾਂ ਨੇ। ਚੀਨ 'ਚ ਅਗਲੇ 90 ਦਿਨ ਕਾਫੀ ਜ਼ਿਆਦਾ ਅਹਿਮ ਨੇ, ਬਹੁਤ ਹੀ ਸੰਵੇਦਨਸ਼ੀਲ ਕਹਿ ਸਕਦੇ ਹਾਂ। ਚੀਨ ਦੀ 60% ਆਬਾਦੀ ਤੇ ਖਤਰਾ ਮੰਡਰਾ ਰਿਹਾ ਹੈ। 80 ਕਰੋੜ ਲੋਕ ਸੰਕਰਮਿਤ ਹੋ ਸਕਦੇ ਨੇ, ਇਨਫੈਕਟਡ ਹੋ ਸਕਦੇ ਨੇ। 10 ਲੱਖ ਲੋਕਾਂ ਦੀ ਮੌਤ ਦਾ ਡਰ ਬਣਿਆ ਹੋਇਆ ਹੈ। ਅਪ੍ਰੈਲ ਦੇ ਵਿੱਚ ਸਿਖਰ ਤੇ ਹੋਏਗਾ ਕੋਰੋਨਾ, ਇਹ ਵੀ ਜਿਹੜੇ ਮਾਹਿਰ ਨੇ ਉਹ ਕਹਿ ਰਹੇ ਨੇ ਕਿਉਂਕਿ ਜੋ ਹਾਲਾਤ ਪਹਿਲਾਂ ਦੇਖੇ ਗਏ ਸੀ ਤਾਂ ਇਸ ਤਰੀਕੇ ਦੀ ਹਾਲਤ ਚੀਨ ਦੇ ਵਿੱਚ ਬਣੀ ਹੋਈ ਹੈ ਔਰ ਉਸ ਤੋਂ ਬਾਅਦ ਖਤਰਾ ਪੂਰੇ ਦੁਨੀਆ ਦੇ ਵਿੱਚ ਮੰਡਰਾ ਰਿਹਾ ਹੈ। ਬਹੁਤ ਸਾਰੇ ਅਜਿਹੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਲੱਖਾਂ 'ਚ ਹੁਣ ਤੱਕ ਕੇਸ ਆ ਚੁੱਕੇ ਨੇ। ਤਾਂ ਹਸਪਤਾਲ ਤੋਂ ਲੈ ਕੇ ਦੱਸ ਦਈਏ ਕਿ ਹਰ ਪਾਸੇ ਲੰਬੀਆਂ ਕਤਾਰਾਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਚੀਨ ਦੇ ਵਿੱਚ ਵੇਖਿਆ ਜਾ ਸਕਦੀਆਂ ਨੇ। ਹਸਪਤਾਲ ਦੀ ਗੱਲ ਕਰੀਏ, ਕੈਮਿਸਟ ਸ਼ਾਪ ਦੀ ਗੱਲ ਕਰੀਏ ਕਿਉਂਕਿ ਦਵਾਈਆਂ ਨਹੀਂ ਮਿਲ ਰਹੀਆਂ, ਹਸਪਤਾਲ 'ਚ ਬੈੱਡ ਨਹੀਂ ਮਿਲ ਰਹੇ। ਅਜਿਹੇ ਵੀ ਪਿਤਾ ਦੇਖੇ ਗਏ ਨੇ, ਅਜਿਹੇ ਵੀ ਪੇਰੈਂਟਸ ਦੇਖੇ ਜਾ ਰਹੇ ਨੇ ਜਿਹੜੇ ਕਿ ਗਿੜਗੜਾ ਰਹੇ ਨੇ ਡਾਕਟਰਾਂ ਦੇ ਸਾਹਮਣੇ ਕਿ ਉਹਨਾਂ ਦੇ ਬੱਚੇ ਨੂੰ ਭਰਤੀ ਕਰਾ ਲਿਆ ਜਾਵੇ। ਬੁਖਾਰ ਇੰਨਾ ਤੇਜ਼ ਹੈ, ਮਾਵਾਂ ਜਿਹੜੀਆਂ ਨੇ ਵੱਖੋ-ਵੱਖ ਤਰੀਕਿਆਂ ਦੇ ਨਾਲ ਬੁਖਾਰ ਉਤਾਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। BF7 ਵੇਰੀਐਂਟ ਦੀ ਗੱਲ ਕੀਤੀ ਜਾਵੇ ਤਾਂ ਬੇहद ਖਤਰਨਾਕ ਹੈ, ਜ਼ਿਆਦਾ ਤੇਜ਼ੀ ਦੇ ਨਾਲ ਫੈਲਦਾ। ਇਹ ਸਭ ਤੋਂ ਵੱਡਾ ਇਸ ਦਾ ਇੱਕ ਪੁਆਇੰਟ ਹੈ। ਇੱਕ ਬੰਦਾ ਜਿਹੜਾ ਹੈ ਉਹ 18 ਲੋਕਾਂ ਨੂੰ ਇਨਫੈਕਟਡ ਕਰ ਸਕਦਾ ਹੈ ਕੁਝ ਹੀ ਘੰਟਿਆਂ ਦੇ ਵਿੱਚ ਤਾਂ ਇਹ ਹਾਲਾਤ ਇਸ ਤਰੀਕੇ ਦੇ ਬਣੇ ਹੋਏ ਨੇ ਚੀਨ 'ਚ। ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਨਵੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਨੇ। ਸੈਕਟਰ 32 ਦੇ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੁਕਾਮ ਬੁਖਾਰ ਵਾਲਾ ਕੋਈ ਵੀ ਮਰੀਜ਼ OPD ਦੇ ਵਿੱਚ ਆਏਗਾ ਤਾਂ ਪਹਿਲਾਂ ਉਸ ਦਾ ਕੋਵਿਡ ਟੈਸਟ ਕੀਤਾ ਜਾਏਗਾ। ਐਮਰਜੈਂਸੀ 'ਚ ਆਉਣ ਵਾਲੇ ਮਰੀਜ਼ਾਂ ਦਾ ਵੀ कोविड टेस्ट किया जाएगा, यानी कि पहला वांग जिहड़े कुछ नियम ने वो तय कर दिए गए। इस तरह से अब हालात हैं दोबारा से जो है वो ना हो इस चीज़, क्योंकि चंडीगढ़ प्रशासन ने लगातार इस पर काम किया है। अब किस तरह की नोटिफिकेशन जो है वो जारी की गई? देखिए ऐसा है कि अभी चंडीगढ़ में बहुत ज़्यादा कोई केसेस वगैरह नहीं आ रहे हैं। किसी दिन कल जैसे कल कोई केस नहीं आया था, किसी दिन 1 आ रहा है, किसी दिन 2 आ रहा है, तो ऐसी कोई चिंता की या पैनिक की कोई बात नहीं है। लेकिन हमने प्रिकॉशन के तौर पे जो टेस्टिंग है उसको बढ़ा दिया है। पहले करीब 100 के करीब टेस्ट डेली हो रहे थे, अब हमने ये लक्ष्य निर्धारित किया है कि हम करीब 500-600 टेस्ट डेली करेंगे और ज़रूरत पड़ेगी उसको और थोड़ा बढ़ाएंगे। और इसके लिए हमने सेक्टर 16, सेक्टर 32 में जो हमारे पेशेंट्स आ रहे हैं OPD में, जिनको खांसी जुकाम बुखार टाइप के सिम्टम्स हैं, उन सबका RT-PCR करेंगे। जिन लोगों को इमरजेंसी में जो आ रहे हैं उनका RT-PCR टेस्ट किया जाएगा। जिनके एडमिशन्स वहाँ पे होंगे उनके RT-PCR टेस्ट होंगे। लेकिन एडमिशन हम कर लेंगे, मतलब इसके लिए पेशेंट को वेट नहीं करवाएंगे कि वो वेट बहुत ज़रूरी है, क्योंकि कई बार कंफ्यूजन रहता है कि ये तो नहीं कि मैंडेटरी है ये इस तरह का। नहीं, टेस्ट हम मैंडेटरी कर रहे हैं लेकिन पहले एडमिशन कर देंगे, उसके बाद टेस्ट होगा। तो टेस्ट साथ में हो जाएगा, उसको हम जहाँ पे भी एडमिट करना होगा एडमिट कर देंगे। फिर रिपोर्ट का वेट, जब रिपोर्ट आएगी उसके हिसाब से अगर कोई पॉजिटिव आएगा तो फिर उसको आइसोलेट करेंगे। ऐसा नहीं करेंगे कि पहले उसका जब तक रिपोर्ट नहीं आएगी तब तक उसको एडमिशन के लिए वेट करना। साथ के साथ एडमिशन हो जाएगी, उसका जो ट्रीटमेंट है वो चालू हो जाएगा। साथ के साथ जो क्विक टेस्ट होता है उसके बेसिस पे हम टेस्ट करके उसका एडमिशन दे देंगे। RT-PCR का रिपोर्ट बाद में आता है। देखिए वैक्सीनेशन का पहले हमारा बहुत अच्छा रिकॉर्ड रहा है। जो 18 साल से ऊपर थे वो फर्स्ट सेकंड डोज पूरी लगवा चुके थे।
जो 14 से 18 साल के बच्चे थे, 15 से 18 साल के, उनकी फर्स्ट डोज पूरी हो गई थी। जो 15 से 18 साल के बच्चे हैं उनमें सेकंड डोज करीब 80% लोगों की हुई, बच्चों की हुई है। 14 से 18 साल, जो 14 से 15 साल वाले बच्चे हैं, 12 से 15 साल बल्कि, उनकी थोड़ी सी चिंता की बात है, क्योंकि उन्होंने फर्स्ट डोज भी सभी 100% बच्चों ने नहीं करवाई है। ऐसे ही प्रिकॉशन डोज भी लोगों ने नहीं करवाई है, और उसका मेन रीज़न था कि पिछले कुछ टाइम से काफ़ी केसेस कम हो गए थे, तो लोगों ने वहाँ पे आना बंद कर दिया। बिल्कुल। तो अभी हमारा डेली हमारे यहाँ पे जो सेंटर्स चल रहे थे, ये हालत थी कि किसी सेंटर में कोई आता नहीं था, 0 केसेस थे। तो फिर हमने अभी फ़िलहाल वैक्सीनेशन का जो है, हमने सेक्टर 16 में हमने एक सेंटर खोला हुआ है। 15-20 लोग डेली आते हैं, 25 लोग आते हैं। वो तो कंटिन्यू है सेक्टर 16 वाला? सेक्टर 16 वाला कंटिन्यू है, लेकिन अब मेरी लोगों से रिक्वेस्ट है कि जिन लोगों ने अभी भी बूस्टर डोज लगवानी है, या जिनकी फर्स्ट सेकंड डोज जो रह गई है, वो इमीडिएटली लगवाएं। जो सेंटर की बात है, हमारे पास सारा कुछ रेडी है, पूरा इंफ्रास्ट्रक्चर। ज़रूरत होगी हम दोबारा से सारे जो हमारे 40-50 सेंटर्स थे वैक्सीन। ਤਾਂ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ ਕਿ ਕੁਝ ਹਾਲਾਤ ਨੇ। ਸਤੰਬਰ ਦੇ ਵਿੱਚ ਦੱਸੀ ਕਿ ਵੇਰੀਐਂਟ ਮਿਲਿਆ ਸੀ, ਮਹਿਲਾ ਠੀਕ ਹੋ ਗਈ। ਹਾਲਾਂਕਿ ਅਹਿਮਦਾਬਾਦ ਅਤੇ ਉੜੀਸਾ ਦੇ ਵਿੱਚ ਵੀ ਦੱਸੀ ਕਿ BF7 ਦੇ 2 ਕੇਸ ਮਿਲੇ ਨੇ। ਇਹ ਵੀ ਜ਼ਿਕਰਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੇ ਹੇਠ ਇੱਕ ਵੱਡੀ ਬੈਠਕ ਹੋਣ ਜਾ ਰਹੀ ਹੈ, ਔਰ ਬਹੁਤ ਵੱਡੀ ਅਸੀਂ ਬੈਠਕ ਉਸ ਨੂੰ ਮੰਨ ਸਕਦੇ ਹਾਂ। ਹੋ ਸਕਦਾ ਉਸ ਤੋਂ ਬਾਅਦ ਵੱਡੇ ਫੈਸਲੇ ਜਿਹੜੇ ਨੇ ਉਹ ਆਮ ਲੋਕਾਂ ਦੇ ਲਈ, ਦੇਸ਼ ਦੇ ਲੋਕਾਂ ਦੇ ਲਈ ਲਏ ਜਾਣ, ਜਾਂ ਕਹਿ ਲਈਏ ਕਿ ਕੁਝ ਇਨਸਟਰਕਸ਼ਨਸ ਜਿਹੜੀਆਂ ਨੇ ਉਹ ਆ ਸਕਦੀਆਂ ਨੇ ਜਿਸ ਤਰੀਕੇ ਦੇ ਪਹਿਲਾਂ ਕਾਇਦੇ ਤੇ ਨਿਯਮ ਮਿਲਦੇ ਸਨ। ਤਾਂ ਇਹ ਬੈਠਕ ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਨੇ ਜੋ PM ਮੋਦੀ ਦੀ ਅਗਵਾਈ ਦੇ ਹੇਠ ਹੋ ਰਹੀਆਂ ਨੇ। ਤਾਂ ਗ੍ਰਾਫਿਕ ਦੇ ਜ਼ਰੀਏ ਵੀ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਹੁਣ ਤੱਕ ਸਥਿਤੀ ਹੈ ਦੇਸ਼ ਦੇ ਵਿੱਚ, ਕਿੰਨੇ ਮਰੀਜ਼ ਆਏ, ਕਿੰਨੇ ਠੀਕ ਹੋਏ। ਵਡੋਦਰਾ ਦੀ ਗੱਲ ਕਰੀਏ ਤਾਂ ਉੱਥੇ NRI ਮਹਿਲਾ ਸੀ ਜਿਸ ਦੇ ਵਿੱਚ ਲੱਛਣ ਮਿਲੇ ਸਨ। ਸਤੰਬਰ ਦੇ ਵਿੱਚ ਵੇਰੀਐਂਟ ਮਿਲਿਆ ਸੀ, ਠੀਕ ਹੋ ਗਈ ਸੀ ਉਹ ਮਹਿਲਾ। ਇਹ ਬਹੁਤ ਅਹਿਮ ਹੈ। ਅਹਿਮਦਾਬਾਦ ਅਤੇ ਉੜੀਸਾ ਦੇ ਵਿੱਚ ਵੀ BF7 ਦੇ 2 ਕੇਸ ਮਿਲੇ ਨੇ। ਉੱਤਰ ਭਾਰਤ ਦੀ ਗੱਲ ਕਰੀਏ, ਅਜੇ ਤੱਕ ਬਚਾਅ ਹੈ, ਇਸ ਤਰੀਕੇ ਦਾ ਕੋਈ ਵੀ ਮਸਲਾ ਕੇਸ ਜਿਹੜਾ ਸਾਹਮਣੇ ਨਹੀਂ ਆਇਆ। ਹਜੇ ਤੱਕ ਦੀ ਬਚਾਅ ਦੀ ਖਬਰ ਹੈ, ਪਰ ਉਸ ਤੋਂ ਬਾਅਦ ਹੁਣ ਸੁਚੇਤ ਹੋਇਆ ਜਾ ਰਿਹਾ। ਤਾਂ ਇਹ ਅਹਿਮ ਬੈਠਕ ਹੋਣ ਜਾ ਰਹੀ ਹੈ, PM ਮੋਦੀ ਦੀ ਅਗਵਾਈ ਦੇ ਵਿੱਚ ਅੱਜ ਬੈਠਕ ਹੋਣ ਜਾ ਰਹੀ ਹੈ। ਉਸ ਤੇ ਨਜ਼ਰਾਂ ਟਿਕੀਆਂ ਨੇ ਕਿ ਆਖਰਕਾਰ ਕੀ ਫੈਸਲੇ ਜਿਹੜੇ ਨੇ PM ਨਰਿੰਦਰ ਮੋਦੀ ਲੈਣਗੇ, ਸਰਕਾਰ ਲਏਗੀ। ਕਿਉਂਕਿ ਪਹਿਲਾਂ ਵੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਅਹਿਮ ਫੈਸਲੇ ਲਏ ਗਏ, ਲਾਕਡਾਊਨ ਤੋਂ ਲੈ ਕੇ ਹੋਰ ਬਹੁਤ ਸਾਰੇ ਨਿਯਮ ਜਿਹੜੇ ਨੇ ਉਹ ਤੈਅ ਕਰ ਦਿੱਤੇ ਗਏ ਸਨ। ਹਾਲਾਂਕਿ ਮਾਸਕ ਨੂੰ ਲੈ ਕੇ ਤਾਂ ਹੁਣ ਵੀ ਡਾਕਟਰਸ ਜਿਹੜੇ ਨੇ ਉਹ ਕਹਿ ਰਹੇ ਨੇ, ਸਲਾਹ ਦੇ ਰਹੇ ਨੇ ਕਿ ਮਾਸਕ ਭੀੜ-ਭਾੜ ਵਾਲੇ ਇਲਾਕੇ 'ਚ ਪਾਉਣਾ ਸ਼ੁਰੂ ਕਰ ਦਿੱਤਾ ਜਾਵੇ, ਆਪਣਾ ਧਿਆਨ ਖੁਦ ਰੱਖਿਆ ਜਾਵੇ। ਸੋ ਇਸ ਤਰੀਕੇ ਦੇ ਨਾਲ ਇਨਸਟਰਕਸ਼ਨਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਪਰ ਲਿਖਤੀ ਤੌਰ ਤੇ ਵੀ ਹੋ ਸਕਦਾ ਹੈ, ਜਾਂ ਹੋ ਸਕਦਾ ਹੈ ਕਿ ਪੱਕੇ ਤੌਰ ਤੇ ਵੀ ਜਿਹੜਾ ਨਿਯਮ ਨੇ ਉਹ ਤੈਅ ਕਰ ਦਿੱਤੇ ਜਾਣ ਆਉਣ ਵਾਲੇ ਸਮੇਂ ਦੇ ਵਿੱਚ।